हेलो एवरीवन, वेलकम टू केमिस्ट्री रियल। ਅੱਜ ਬੇਟੇ ਆਪਾਂ ਐਲਕੋਹਲਸ, ਫਿਨੋਲਸ ਐਂਡ ਈਥਰਸ ਚੈਪਟਰਸ ਨੂੰ ਕੰਟੀਨਿਊ ਕਰਨਾ ਹੈ ਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਮੇਨਲੀ ਸਟੱਡੀ ਕਰਾਂਗੇ ਫਿਜ਼ੀਕਲ ਪ੍ਰੋਪਰਟੀਜ਼। ਆਪਾਂ ਕਰ ਚੁੱਕੇ ਹਾਂ ਕੈਮੀਕਲ ਪ੍ਰੋਪਰਟੀਜ਼ ਆਫ ਫਿਨੋਲਸ। ਸੋ ਦੁਬਾਰਾ ਫਿਰ ਤੁਹਾਨੂੰ ਇੱਕੋ ਹੀ ਲਾਈਨ ਕਹੂੰਗੀ, ਕਾਪੀ ਪੈਨ ਹੱਥ 'ਚ ਫੜ ਕੇ ਬੈਠੋ ਤੇ ਨਾਲ ਦੀ ਨਾਲ ਰਿਟਨ ਪ੍ਰੈਕਟਿਸ ਕਰੋ। ਅੱਜ ਦੇ ਲੈਕਚਰ ਦੇ ਵਿੱਚ ਜਿਹੜੀਆਂ ਰਿਐਕਸ਼ਨਸ ਕਰਵਾਈਆਂ ਜਾਣਗੀਆਂ ਬੇਟਾ, ਉਹ ਪਾਰਟਿਕੂਲਰਲੀ ਤਾਂ ਹੀ ਸਮਝ ਆਣਗੀਆਂ ਤੁਸੀਂ ਜੇ ਲਿਖ ਕੇ ਕਰਦੇ ਹੋ, ਨਹੀਂ ਤਾਂ ਥੋੜੇ ਜਿਹੇ ਬੜੇ ਸਟਰਕਚਰ, ਹਾਲਾਂਕਿ ਉਹ ਬਹੁਤ ਈਜ਼ੀ ਹੈ, ਪਰ ਤੁਹਾਨੂੰ ਇੱਕ ਫੀਅਰ ਜਿਹਾ ਕ੍ਰੀਏਟ ਕਰ ਦੇਣਗੇ। ਸੋ ਟੂ ਅਵੋਇਡ ਦੈਟ, ਪਲੀਜ਼ ਆਪਣੇ ਹੱਥ 'ਚ ਕਾਪੀ ਪੈਨ ਰੱਖੋ ਔਰ ਨਾਲ ਦੀ ਨਾਲ ਲਿਖੋ। ਸੈਕੰਡਲੀ, ਤੁਸੀਂ ਪ੍ਰੀਮੀਅਰ ਦੇਖੋਗੇ ਇਸ ਵੀਡੀਓ ਲੈਕਚਰ ਦਾ, ਉਹਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਲਾਈਵ ਚੈਟ ਦੇ ਵਿੱਚ ਆਪਣਾ ਕੁਐਸਚਨ ਪੁੱਟ ਕਰ ਸਕਦੇ ਹੋ। ਆਈ ਵਿਲ ਬੀ ਇਮੀਡੀਏਟਲੀ ਆਨਸਰਿੰਗ ਯੂਅਰ ਕੁਐਰੀ। ਔਰ ਜੇ ਬੇਟਾ ਤੁਹਾਨੂੰ ਕਨਸੈਪਟ ਸਮਝ ਆ ਰਿਹਾ ਹੈ ਤਾਂ ਲਾਈਵ ਚੈਟ ਦੇ ਵਿੱਚ ਤੁਸੀਂ #chemistryhood ਉਹ ਜ਼ਰੂਰ ਲਿਖੋ ਤਾਂ ਕਿ ਮੈਨੂੰ ਇਹ ਪਤਾ ਲੱਗ ਜਾਏ ਤੁਹਾਨੂੰ ਕਨਸੈਪਟ ਸਮਝ ਆ ਰਿਹਾ ਹੈ। ਔਰ ਜਿਹੜੇ ਸਟੂਡੈਂਟਸ ਆਪਣੀ ਅਟੈਂਡੈਂਸ ਬਾਅਦ ਚੋਂ ਕਮੈਂਟ ਸੈਕਸ਼ਨ 'ਚ ਮੈਂਸ਼ਨ ਕਰਦੇ ਹੈ, ਉਹ ਕੰਸੀਡਰ ਨਹੀਂ ਹੋਣੀ। ਸਿਰਫ ਲਾਈਵ ਚੈਟ ਦਾ ਮਤਲਬ ਇਹ ਹੋਏਗਾ ਕਿ ਤੁਸੀਂ ਇਹ ਲੈਕਚਰ ਅਟੈਂਡ ਕੀਤਾ ਹੈ। ਲਾਈਵ ਚੈਟ ਦੇ ਵਿੱਚ ਅਟੈਂਡੈਂਸ ਮੈਟਰ ਕਰੇਗੀ। ਸੋ ਵਿਦਆਊਟ ਵੇਸਟਿੰਗ ਮਚ ਟਾਈਮ, ਹੁਣ ਆਪਾਂ ਸ਼ੁਰੂ ਕਰਦੇ ਹਾਂ ਕੈਮੀਕਲ ਪ੍ਰੋਪਰਟੀਜ਼ ਆਫ ਫੀਨੋਲਸ। ਸੋ ਫਿਨੋਲਸ ਨੂੰ ਅਸੀਂ ਕਾਰਬੋਲਿਕ ਐਸਿਡ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਫਿਨੋਲਸ ਦੀਆਂ ਜਦੋਂ ਅਸੀਂ ਕੈਮੀਕਲ ਪ੍ਰੋਪਰਟੀਜ਼ ਸਟੱਡੀ ਕਰਦੇ ਹਾਂ ਤਾਂ ਅਸੀਂ ਸਭ ਤੋਂ ਪਹਿਲੀ ਲਾਈਨ ਇਹਦੇ 'ਚ ਇਹ ਸਮਝਦੇ ਹਾਂ ਕਿ ਫਿਨੋਲਸ ਜਿਹੜੇ ਹੈ ਉਹ ਕਾਫੀ ਰਿਐਕਟਿਵ ਕੰਪਾਊਂਡ ਹੁੰਦੇ ਆ। ਠੀਕ ਹੈ, ਫਿਨੋਲਸ ਆਰ ਰਿਐਕਟਿਵ ਕੰਪਾਊਂਡ, ਮਤਲਬ ਇਹ ਬਹੁਤ ਜ਼ਿਆਦਾ ਰਿਐਕਟ ਕਰਦੇ ਹਨ। ਠੀਕ, तो ਜਿਹੜੀਆਂ ਫਿਨੋਲ ਦੀਆਂ ਰਿਐਕਸ਼ਨਸ ਹੈ ਉਹਨਾਂ ਨੂੰ ਆਪਾਂ ਤਿੰਨ ਅਲੱਗ-ਅਲੱਗ ਹੈਡਿੰਗਸ 'ਚ ਸਟੱਡੀ ਕਰਾਂਗੇ। ਪਹਿਲਾ ਹੈ ਸਭ ਤੋਂ ਪਹਿਲਾਂ ਜਿੰਦੇ ਵਿੱਚ ਫਿਨੋਲਿਕ ਗਰੁੱਪ ਯਾਨੀ ਕਿ OH ਗਰੁੱਪ ਕਰਕੇ ਜਿਹੜੀਆਂ ਰਿਐਕਸ਼ਨਸ ਹੁੰਦੀਆਂ। ਦੂਜੀਆਂ ਆਪਾਂ ਕਰਾਂਗੇ ਉਹ ਰਿਐਕਸ਼ਨਸ ਜਿਹੜੀਆਂ ਬੈਂਜ਼ੀਨ ਰਿੰਗ ਕਰਕੇ ਹੁੰਦੀਆਂ। ਔਰ ਤੀਸਰੀਆਂ ਹੈ ਜਿਹੜੀਆਂ ਪੂਰੇ ਫਿਨੋਲ ਮੋਲੀਕਿਊਲ ਦੀਆਂ ਸਪੈਸ਼ਲ ਰਿਐਕਸ਼ਨਸ ਹੈ। ਸੋ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਹੁਣ ਰਿਐਕਸ਼ਨਸ ਆਫ ਫਿਨੋਲਿਕ ਗਰੁੱਪ। ਸੋ ਫਿਨੋਲਿਕ ਗਰੁੱਪ ਦੀਆਂ ਜਿਹੜੀਆਂ ਰਿਐਕਸ਼ਨਸ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਕੋਲੇ ਆਂਦਾ ਹੈ ਐਸਿਡਿਕ ਕਰੈਕਟਰ। ਕਹਿਣ ਦਾ ਮਤਲਬ ਇਹ ਹੈ ਕਿ ਫਿਨੋਲਸ ਜਿਹੜੇ ਹੈ ਉਹ ਐਜ਼ ਐਸਿਡ ਬਿਹੇਵ ਕਰਦੇ। ਸੋ ਐਸਿਡਿਕ ਕਰੈਕਟਰ ਕੱਲ ਤੁਹਾਨੂੰ ਮੈਂ ਅਲਕੋਹਲਸ ਦੇ ਕੇਸ ਵਿੱਚ ਵੀ ਦੱਸਿਆ ਸੀ ਕਿ ਜਦੋਂ ਵੀ ਕੋਈ ਸਬਸਟੈਂਸ H ਪੋਜ਼ਿਟਿਵ ਰਿਲੀਜ਼ ਕਰੇ ਤਾਂ ਉਹਨੂੰ ਅਸੀਂ ਕਹਿੰਦੇ ਆ ਐਸਿਡ। ਹੁਣ ਫਿਨੋਲ ਜਿਹੜਾ ਹੈ that is releasing H ਪੋਜ਼ਿਟਿਵ। ਠੀਕ ਹੈ, ਜਦੋਂ ਇਹਨੂੰ ਸੋਡੀਅਮ ਦੇ ਨਾਲ ਰਿਐਕਟ ਕਰਾਉਂਦੇ ਆ ਨਾ ਤਾਂ ਸੋਡੀਅਮ ਫਿਨੋਕਸਾਈਡ ਬਣਦਾ ਹੈ ਤੇ ਹਾਈਡਰੋਜਨ ਨਿਕਲ ਰਹੀ ਹੈ। ਐਨੀ ਸਬਸਟੈਂਸ ਜੋ ਮੈਟਲ ਦੇ ਨਾਲ ਰਿਐਕਟ ਕਰਕੇ ਹਾਈਡਰੋਜਨ ਪ੍ਰੋਡਿਊਸ ਕਰਦਾ ਹੈ ਉਹਨੂੰ ਆਪਾਂ ਕਹਿੰਦੇ ਆ ਐਸਿਡ। ਠੀਕ ਹੈ, ਸੋ ਫਿਨੋਲਸ ਦੀ ਜਿਹੜੀ ਐਸਿਡਿਕ ਸਟਰੈਂਥ ਹੈ ਉਹ ਐਲਕੋਹਲਸ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦੀ ਹੈ। ਠੀਕ ਹੈ, तो ਇੱਥੇ ਰੈਜ਼ੋਨੇਟਿੰਗ ਸਟਰਕਚਰਸ ਬਣੀਆਂ ਹੋਈਆਂ। ਇਹਨਾਂ ਰੈਜ਼ੋਨੇਟਿੰਗ ਸਟਰਕਚਰਸ ਦੇ ਵਿੱਚ ਨੋਟ ਕਰਨ ਵਾਲੀ ਗੱਲ ਹੈ ਕਿ ਫਿਨੋਲ ਦੇ ਵਿੱਚ OH ਗਰੁੱਪ ਡਾਇਰੈਕਟਲੀ ਬੈਂਜ਼ੀਨ ਰਿੰਗ ਦੇ ਨਾਲ ਲੱਗਿਆ ਤੇ ਇਹਦੇ ਕੋਲੇ ਇੱਥੇ ਐਜ਼ ਯੂ ਕੈਨ ਸੀ ਦੋ ਲੋਨ ਪੇਅਰਸ ਹੁੰਦੇ। ਆਕਸੀਜਨ ਕੋਲੇ ਦੋ ਲੋਨ ਪੇਅਰ ਹੁੰਦੇ ਆ ਔਰ ਆਕਸੀਜਨ ਆਪਣਾ ਲੋਨ ਪੇਅਰ ਇਸ ਕਾਰਬਨ ਨੂੰ ਦੇ ਦਿੰਦੀ ਹੈ। ਜਦੋਂ ਇਸ ਕਾਰਬਨ ਕੋਲੇ ਲੋਨ ਪੇਅਰ ਆਂਦਾ ਹੈ ਤਾਂ ਆਹ ਵਾਲਾ ਲੋਨ ਪੇਅਰ, ਆਹ ਵਾਲਾ ਜਿਹੜਾ ਬੌਂਡ ਹੈ ਇਹਦੇ ਇਲੈਕਟ੍ਰੋਨ ਪੇਅਰ ਇੱਥੇ ਸ਼ਿਫਟ ਹੋ ਜਾਣਗੇ। ਐਜ਼ ਅ ਰਿਜ਼ਲਟ ਇੱਥੇ ਨੈਗੇਟਿਵ ਚਾਰਜ ਆ ਜਾਏਗਾ। ਜਦੋਂ ਇਹ ਨੈਗੇਟਿਵ ਚਾਰਜ ਅਗਲੀ ਕਾਰਬਨ ਨੂੰ ਸ਼ਿਫਟ ਕਰੇਗੀ ਤਾਂ ਆਹ ਵਾਲਾ ਬੌਂਡ ਇੱਧਰ ਇਲੈਕਟ੍ਰੋਨਸ ਸ਼ਿਫਟ ਕਰ ਦੇਗਾ। ਐਜ਼ ਅ ਰਿਜ਼ਲਟ ਇੱਥੇ ਨੈਗੇਟਿਵ ਚਾਰਜ ਆ ਜਾਏਗਾ। ਸੋ ਜਦੋਂ ਇੱਥੋਂ ਦੀ ਨੈਗੇਟਿਵ ਚਾਰਜ ਅਗਲੀ ਕਾਰਬਨ ਕੋਲੇ ਜਾਏਗਾ ਤਾਂ ਆਹ ਵਾਲਾ ਬੌਂਡ ਜਿਹੜਾ ਹੈ ਇਲੈਕਟ੍ਰੋਨ ਪੇਅਰ ਇੱਥੇ ਯਾਨੀ ਕਿ ਨੈਗੇਟਿਵ ਚਾਰਜ ਇੱਥੇ ਆ ਜਾਏਗਾ। ਸੋ ਅਲਟੀਮੇਟਲੀ ਇਹ ਨੈਗੇਟਿਵ ਚਾਰਜ ਇਸ ਕਾਰਬਨ ਕੋਲੇ ਵਾਪਸ ਜਾਂਦਾ ਹੈ ਤੇ ਆਕਸੀਜਨ ਕੋਲੇ ਆਪਣਾ ਇਲੈਕਟ੍ਰੋਨ ਪੇਅਰ ਵਾਪਸ ਆ ਜਾਂਦਾ ਹੈ। ਸੋ ਐਜ਼ ਅ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਬੌਂਡਸ
ਸ਼ੁਰੂ ਦੇ ਵਿੱਚ ਸੀਗੇ, ਉਹਦੇ ਨਾਲੋਂ ਹੁਣ ਬੌਂਡਸ ਜਿਹੜੇ ਡਬਲ ਬੌਂਡਸ ਹੈ ਉਹ ਆਲਟਰਨੇਟ ਪੋਜੀਸ਼ਨ ਤੇ ਆ ਗਏ ਔਰ ਆਕਸੀਜਨ ਕੋਲੇ ਆਪਣੇ ਦੋ ਲੋਨ ਪੇਅਰ ਵਾਪਸ ਹੈ। ਸੋ ਇਹਨਾਂ ਨੂੰ ਬੇਟਾ ਇੱਕ ਵਾਰੀ ਆਪਾਂ ਡਰਾ ਕਰਕੇ ਦੇਖਦੇ ਹਾਂ ਤੇ ਫਿਰ ਆਪਾਂ ਨੂੰ ਬੈਟਰ ਸਮਝ ਆਏਗਾ, ਕਿਉਂਕਿ ਜਦ ਤੱਕ ਇੱਕ ਵਾਰੀ ਆਪਾਂ ਆਪ ਡਰਾ ਨਹੀਂ ਕਰਾਂਗੇ ਨਾ, ਆਪਾਂ ਨੂੰ ਪਤਾ ਨਹੀਂ ਚੱਲਣਾ ਕਿ ਕਿੱਦਾਂ ਡਰਾ ਕਰੀਦੇ ਹੈ। ਮਤਲਬ ਇੱਥੇ ਜਿਹੜਾ ਫਿਨੋਲ ਹੈ ਉਹ ਐਸਿਡਿਕ ਕਰੈਕਟਰ ਕਿਵੇਂ ਸ਼ੋ ਕਰ ਰਿਹਾ ਹੈ। ਸੋ ਸਭ ਤੋਂ ਪਹਿਲਾਂ ਆਪਾਂ ਫਿਨੋਲ ਜਿਹੜੇ ਹੈ ਉਹ ਡਰਾ ਕਰਨੇ ਹੈ ਕੁਝ ਇਸ ਤਰੀਕੇ ਨਾਲ। ਆਪਾਂ ਬੈਂਜ਼ੀਨ ਰਿੰਗਸ ਉਹਨਾਂ ਨੂੰ ਡਰਾ ਕਰ ਲੈਣੇ, ਠੀਕ ਹੈ। 5 ਬੈਂਜ਼ੀਨ ਰਿੰਗਸ ਤੁਸੀਂ ਵੀ ਬੇਟਾ ਨਾਲ ਨਾਲ ਆਪਣੀ ਕਾਪੀ ਤੇ ਡਰਾ ਕਰੋ। ਇਹਦੇ ਤੇ ਕਿਸੇ 3 ਥਾਂ ਤੇ ਲਾਈਕ ਦਿਸ ਡਬਲ ਬੌਂਡ ਡਰਾ ਕਰ ਲਓ। ਉੱਪਰ OH, ਹੁਣ ਇੱਥੇ ਆਕਸੀਜਨ ਕੋਲੇ 2 ਲੋਨ ਪੇਅਰ ਹੈ, ਠੀਕ ਹੈ। ਸੋ ਇੱਥੇ ਆਪਾਂ ਸਾਰੀਆਂ ਥਾਵਾਂ ਤੇ 3 ਥਾਵਾਂ ਤੇ ਘੱਟੋ ਘੱਟ ਡਬਲ ਬੌਂਡ ਡਰਾ ਕਰ ਦੇਣਾ ਹੈ ਤੇ ਇੱਥੇ OH ਲਿਖ ਦੇਣਾ ਹੈ, ਠੀਕ। ਹੁਣ ਇੱਕ ਚੀਜ਼ ਸਮਝ ਲਓ ਕਿ ਜਿਹੜਾ ਆਹ ਲੋਨ ਪੇਅਰ ਹੈ ਇਹ ਚਲਾ ਗਿਆ ਇਸ ਕਾਰਬਨ ਕੋਲੇ। ਜਦੋਂ ਇਸ ਕਾਰਬਨ ਕੋਲੇ ਚਲਾ ਗਿਆ ਤਾਂ ਇੱਥੇ ਡਬਲ ਬੌਂਡ ਆ ਜਾਏਗਾ ਤੇ ਆਕਸੀਜਨ ਦਾ ਇੱਕ ਲੋਨ ਪੇਅਰ ਜਿਹੜਾ ਗਿਆ ਉਹਦੀ ਥਾਂ ਤੇ ਪੋਜ਼ਿਟਿਵ ਚਾਰਜ ਆ ਗਿਆ ਤੇ ਇੱਕ ਲੋਨ ਪੇਅਰ ਐਜ਼ ਸੱਚ ਪ੍ਰੈਜ਼ੈਂਟ ਹੈ। ਤਾਂ ਆਪਾਂ ਤਿੰਨਾਂ ਇਹਨਾਂ ਸਟਰਕਚਰਸ ਦੇ ਵਿੱਚ ਆ ਚੀਜ਼ ਜਿਹੜੀ ਹੈ ਉਹ ਲਿਖ ਦਿੰਨੇ ਆ ਪਹਿਲਾਂ ਹੀ, ਓਕੇ। ਹੁਣ ਬੇਟੇ ਇੱਥੇ ਦੇਖੋ, ਜੇ ਇੱਥੇ ਡਬਲ ਬੌਂਡ ਆ ਗਿਆ, ਇਸ ਕਾਰਬਨ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਕਾਰਬਨ ਦੀ। ਹੁਣ ਇੱਥੇ ਵੀ ਜੇ ਇੱਕ ਡਬਲ ਬੌਂਡ ਬਣਾ ਦਾਂ ਤੇ ਇਹਦੇ ਕੋਲੇ 1 2 3 4 5 ਬੌਂਡ ਹੋ ਜਾਣਗੇ। ਸੋ ਐਜ਼ ਅ ਰਿਜ਼ਲਟ ਆਹ ਵਾਲਾ ਬੌਂਡ, ਆਹ ਵਾਲਾ ਇਲੈਕਟ੍ਰੋਨ ਪੇਅਰ ਜਿਹੜਾ ਨਾ ਉਹ ਇੱਥੇ ਐਜ਼ ਨੈਗੇਟਿਵ ਚਾਰਜ ਆ ਜਾਏਗਾ। ਆਹ ਵਾਲੇ 2 ਬੌਂਡ ਆਪਣੀ ਆਪਣੀ ਥਾਂ ਤੇ ਐਜ਼ ਸੱਚ ਮੌਜੂਦ ਰਹਿਣਗੇ। ਹੁਣ ਆਹ ਵਾਲਾ ਇਲੈਕਟ੍ਰੋਨ ਪੇਅਰ ਇਸ ਕਾਰਬਨ ਤੋਂ ਅਗਲੀ ਕਾਰਬਨ ਵੱਲ ਇੱਥੇ ਆ ਗਿਆ। ਸੋ ਇੱਥੇ ਨੈਗੇਟਿਵ ਚਾਰਜ, ਜਿਹੜਾ ਆਹ ਵਾਲਾ ਬੌਂਡ ਹੈ ਇਹ ਜਿਹੜਾ ਹੈ ਅੱਗੇ ਜਾਏਗਾ, ਠੀਕ। ਸੋ ਐਜ਼ ਅ ਰਿਜ਼ਲਟ ਇੱਥੇ ਬੇਟਾ ਨੈਗੇਟਿਵ ਚਾਰਜ ਆਉਣ ਦੀ ਬਜਾਏ ਇੱਥੇ ਬੌਂਡ ਆ ਜਾਏਗਾ ਤੇ ਨੈਗੇਟਿਵ ਚਾਰਜ ਇਸ ਪੋਜੀਸ਼ਨ ਤੇ, ਪਹਿਲਾਂ ਇੱਥੇ ਸੀ ਹੁਣ ਇੱਕ ਛੋੜ ਕੇ ਨੈਗੇਟਿਵ ਚਾਰਜ ਆ ਜਾਏਗਾ ਔਰ ਆਹ ਵਾਲਾ ਬੌਂਡ ਉੱਥੇ ਦੀ ਉੱਥੇ ਪ੍ਰੈਜ਼ੈਂਟ ਰਹੇਗਾ। ਨਾਓ this electron pair will move to this carbon and this will move to next. As a result ਇੱਥੇ negative charge ਆ ਗਿਆ, ਇੱਥੇ bond ਆ ਗਿਆ ਤੇ ਆਹ ਵਾਲਾ bond ਪਹਿਲਾਂ ਹੀ ਮੌਜੂਦ ਹੈ। So can you see, ਜੇ ਮੇਜਰ ਤੌਰ ਤੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਕੁਝ ਆ ਚੀਜ਼ ਨਜ਼ਰ ਆਂਦੀ ਹੈ ਕਿ ਡਬਲ ਬੌਂਡ ਜਾਂ ਤਾਂ ਇੱਥੇ ਹੈ, ਡਬਲ ਬੌਂਡ ਸੌਰੀ ਇਲੈਕਟ੍ਰੋਨ ਪੇਅਰ ਜਿਹੜਾ ਹੈ ਨੈਗੇਟਿਵ ਚਾਰਜ ਜਿਹੜਾ ਹੈ ਉਹ ਇੱਥੇ ਹੈ। ਸੋ ਇਸ ਖੇਤਰ ਦੇ ਵਿੱਚ ਇੱਥੇ ਨੈਗੇਟਿਵ ਚਾਰਜ ਦੀ ਡੈਂਸਿਟੀ ਜਿਹੜੀ ਹੈ ਉਹ ਜ਼ਿਆਦਾ ਹੋ ਗਈ ਤੇ ਆਕਸੀਜਨ ਦੇ ਉੱਤੇ ਕਿਹੜਾ ਚਾਰਜ ਹੈ? ਪੋਜ਼ਿਟਿਵ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਕਸੀਜਨ ਤਾਂ ਇਲੈਕਟ੍ਰੋਨੈਗੇਟਿਵ ਹੁੰਦਾ ਹੈ, ਇਹਦੇ ਕੋਲੇ ਡਬਲ ਬੌਂਡ, ਪੋਜ਼ਿਟਿਵ ਚਾਰਜ। ਜਦੋਂ ਆਕਸੀਜਨ ਦੇ ਕੋਲੇ ਪੋਜ਼ਿਟਿਵ ਚਾਰਜ ਵੱਧ ਗਿਆ ਤਾਂ ਆਕਸੀਜਨ ਦਾ ਬਿਹੇਵੀਅਰ ਕਿਦਾਂ ਦਾ ਹੋਏਗਾ? ਆਕਸੀਜਨ ਇਲੈਕਟ੍ਰੋਨੈਗੇਟਿਵ ਹੈ, ਇਹਦੇ ਕੋਲੇ ਉੱਤੋਂ ਦੀ ਪੋਜ਼ਿਟਿਵ ਕਰੈਕਟਰ ਆ ਗਿਆ। ਸੋ ਇਸ ਇਲੈਕਟ੍ਰੋਨ ਪੇਅਰ ਨੂੰ ਜਿਹੜਾ ਇਸ ਬੌਂਡ ਦੇ ਵਿੱਚ ਹੈ, ਆਕਸੀਜਨ ਹਾਈਡਰੋਜਨ ਨੂੰ ਕਹੇਗਾ ਵੀ ਇਹ ਇਲੈਕਟ੍ਰੋਨ ਤੂੰ ਮੈਨੂੰ ਦੇ ਦੇ ਤੇ ਹਾਈਡਰੋਜਨ ਨੂੰ ਧੱਕਾ ਮਾਰ ਕੇ ਬਾਹਰ ਕੱਢ ਦੇਗਾ ਐਸ H ਪੋਜ਼ਿਟਿਵ। ਸੋ ਹਾਈਡਰੋਜਨ ਜਿਹੜੀ ਹੈ H ਪੋਜ਼ਿਟਿਵ ਦੀ ਸ਼ਕਲ 'ਚ ਬਾਹਰ ਕਿਉਂ ਨਿਕਲੀ? ਕਿਉਂਕਿ ਆਕਸੀਜਨ ਦੇ ਉੱਤੇ ਇਲੈਕਟ੍ਰੋਨ ਡੈਂਸਿਟੀ ਘੱਟ ਸੀ, ਠੀਕ। ਸੋ ਹਾਈਡਰੋਜਨ ਜਿਹੜੀ ਹੈ H ਪੋਜ਼ਿਟਿਵ ਦੀ ਫਾਰਮ ਦੇ ਵਿੱਚ ਬਾਹਰ ਨਿਕਲ ਗਈ, ਮਤਲਬ ਫਿਨੋਲ ਨੇ H ਪੋਜ਼ਿਟਿਵ ਰਿਲੀਜ਼ ਕਰ ਦਿੱਤਾ, ਠੀਕ ਹੈ। ਸੋ ਫਿਨੋਲ ਜਿਹੜੀ ਹੈ ਉਹ H ਪੋਜ਼ਿਟਿਵ ਰਿਲੀਜ਼ ਕਰ ਰਹੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਫਿਨੋਲ ਜਿਹੜੀ ਹੈ ਉਹ ਐਸਿਡਿਕ ਹੈ। ਹੁਣ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਫਿਨੋਲ ਅਲਕੋਹਲ ਦੇ ਨਾਲੋਂ ਜ਼ਿਆਦਾ ਐਸਿਡਿਕ ਹੈ, ਮੋਰ ਐਸਿਡਿਕ ਦੈਨ ਅਲਕੋਹਲ, ਓਕੇ। ਸੋ ਆਪਾਂ ਇਹ ਚੀਜ਼ ਨੂੰ ਥੋੜਾ ਜਿਹਾ ਹੋਰ ਕਲੀਅਰਿਫਾਈ ਕਰਦੇ ਹਾਂ ਕਿ why phenols are more acidic than alcohols। ਹੁਣ ਇੱਥੇ ਦੇਖੋ, ਜਦੋਂ ਫਿਨੋਲ ਤੋਂ
फिनोल तो H पॉजिटिव निकलिया, पिछे की बचिया? फिनॉक्साइड आयन बचिया। ठीक है, ਜਿਹੜਾ ਇਹ फिनॉक्साइड आयन है, ये जिन्ने भी रेजोनेटिंग स्ट्रक्चर्स बने हुए हैं, ये फिनॉक्साइड आयन दे रेजोनेटिंग स्ट्रक्चर्स है। कहने का मतलब ये है कि फिनॉक्साइड आयन ਜਿਹੜਾ है वो रेजोनेंस स्टेबलाइज्ड होने करके ज्यादा छेती फॉर्म ਹੁੰਦਾ है। कहने का समझाने का मतलब की है इत्थे कि ਜਦੋਂ ਆਪਾਂ अल्कोहल और फिनोल का कंपैरिजन करते हैं ना, तो आप कहने हैं कि ROH एसिडिक है, ठीक है, उन्हें अल्कोक्साइड आयन प्रोड्यूस किया ते H पॉजिटिव। फिनोल है जड़ा, फिनोल मतलब C6H5OH, इन्हें भी H पॉजिटिव रिलीज करता ते फिनॉक्साइड आयन C6H5O नेगेटिव इन्हें भी प्रोड्यूस करता। सो इन्हां दोनों दे विचों अल्कोक्साइड और फिनॉक्साइड आयन दे विचों फिनॉक्साइड आयन इज मोर स्टेबल। सो जेड़ी चीज ज्यादा स्टेबल हुंदी है वो इजीली फॉर्म हो जाएगी। सो एज अ रिजल्ट अल्कोहल तो अल्कोक्साइड प्रोड्यूस होने दे चांस घट है, फिनोल तो फिनॉक्साइड आयन प्रोड्यूस होने दे चांसेस ज्यादा हैं। सो आपां इत्थे why phenols are more acidic, phenols are more acidic, why इनका जिहड़ा रीजन है वो आपां कुछ इस तरीके नाल कवांगे कि पहला असीं फिनोल दे रेजोनेटिंग स्ट्रक्चर्स देखे। फिनोल दे रेजोनेटिंग स्ट्रक्चर्स च असीं ये चीज देखी कि फिनोल दे विच ऑक्सीजन दे उत्ते पॉजिटिव चार्ज आ जाता है ते रिंग दे उत्ते नेगेटिव। एज अ रिजल्ट इत्थों दी प्रोटोन दी रिलीज जिहड़ी है कंपैरेटिवली सौखी हो जाती है। सो दिस बिकम्स द फर्स्ट पॉइंट। सेकंड पॉइंट की बनता है? सेकंड पॉइंट बनता है relative stability of, yes, relative stability of phenoxide ion। relative stability of phenoxide ion ਤੁਸੀਂ ਕਿਵੇਂ ਸਿੱਧ ਕਰ ਸਕਦੇ ਹੋ? relative stability ਜਿਹੜੀ ਹੈ ਉਹ ਤੁਸੀਂ ਇਹਦੇ resonating structures ਬਣਾ ਕੇ ਸ਼ੋ ਕਰ ਸਕਦੇ ਹੋ। ਸੋ phenoxide ਦੇ relative stability ਸ਼ੋ ਕਰਨ ਲਈ ਇਹਦੇ resonating structures बेटा बिल्कुल उसे तरीके नाल पहला तुसी फिनोल रिंग्स बना लो, बेंजीन रिंग्स बना लो, जिवें तुहानूं मैं दस्सिया ही सी, बिल्कुल उसे तरीके नाल रेजोनेटिंग स्ट्रक्चर्स ड्रॉ करो तुसी इहदियां ते तुहानूं ज्यादा पता चलेगा। यस, आई एम टेकिंग अ पॉज, आई वुड लाइक कि तुसी खुद इस चीज नूं ड्रॉ करके देखो। कैन यू थिंक ऑफ, सोच सकते हो? अच्छा, जिहड़ा ये नेगेटिव है इनका मतलब की हुंदा एक्चुअली? ऑक्सीजन कोले आम तौर ते 2 इलैक्ट्रॉन पेयर हुंदे हैं ना, तो नेगेटिव जिहड़ा है वो एक्चुअली तीजे इलैक्ट्रॉन पेयर करके आया। सो जे ये वाला इलैक्ट्रॉन पेयर कार्बन नूं दे देवे तो ऑक्सीजन दा इत्थे डबल बॉन्ड आ जाएगा और इहदे कोले 2 इलैक्ट्रॉन पेयर रह जाणगे। हुण इस कार्बन दे कोले आ वाला इत्थे बॉन्ड बनिया होया ना, सो लाइक दिस जो इत्थे इलैक्ट्रॉन पेयर आया, सो इत्थे किहड़ा चार्ज आ जाएगा? नेगेटिव। बाकी दे बॉन्ड उदां दे उदां। सो आपां बाकी 3 स्ट्रक्चर्स ते भी आ चीज इस तरह ड्रॉ कर लिए। नेगेटिव चार्ज इत्थे है, नेगेटिव चार्ज इत्थे आएगा, नेगेटिव चार्ज एक एक पोजीशन छोड़ के आना है। सो जिथे नेगेटिव चार्ज है ना उनके ना सज्जे ते ना ही खब्बे तुसी कोई डबल बॉन्ड नहीं बनाना। ओके, ना सज्जे ना खब्बे, जिवें इत्थे नेगेटिव चार्ज है ना सज्जे ते ना खब्बे ते आपां किते बॉन्ड नहीं बनाया, सो इत्थे भी नहीं बनाना। बाकी दियां ऑल्टरनेट पोजीशंस ते बना दो। इत्थे नेगेटिव चार्ज है ना सज्जे ते ना खब्बे, आपां डबल बॉन्ड नहीं बनाना, सो डबल बॉन्ड ऑल्टरनेट पोजीशंस ते आ जाएगा। इत्थे जिन्हां बच्चिआं नूं एरो दी मदद दे नाल बेटा चार्ज घुमाना नहीं आंदा उन्हां दे लई ये सौखा तरीका है। सो अल्टीमेटली जिहड़ा रेजोनेटिंग स्ट्रक्चर बनेगा वो कुछ इस तरीके का बनेगा। इत्थे नेगेटिव चार्ज आ जाएगा, जो आ वाला नेगेटिव चार्ज इस कार्बन को ले गया ते हुण बॉन्ड्स जिहड़े है वो किहड़ियां पोजीशंस ते आ गए? दिस पहली और आखिरी पोजीशन च देखो बॉन्ड्स ऑल्टरनेट पोजीशंस ते आ गए।
ठीक है। सो फिनॉक्साइड आयन इज रेजोनेंस स्टेबलाइज्ड। ओके, फिनॉक्साइड आयन इज रेजोनेंस स्टेबलाइज्ड। इस करके फिनोल्स ਜਿਹੜੇ ਹੈ ਉਹ ਜ਼ਿਆਦਾ ਐਸਿਡਿਕ ਹੁੰਦੇ ਹੈ than alcohols. Phenols are more acidic than alcohols. A very very important question है, ठीक है। ਇਹਦੇ ਚ resonating structures phenol ਦੀਆਂ ਵੀ ਤੇ phenoxide ion ਦੀਆਂ ਵੀ ਤੁਹਾਨੂੰ ਡਰਾ ਕਰਨੀਆਂ ਆਣੀਆਂ ਚਾਹੀਦੀਆਂ। ਓਕੇ, #chemistryhood ਅਗਰ ਸਮਝ ਲੱਗ ਗਿਆ ਤਾਂ। ਹੁਣ ਇੱਥੇ ਇਹ ਸਮਝਣਾ ਬਹੁਤ ਹੀ ਇੰਟਰਸਟਿੰਗ ਹੋ ਜਾਂਦਾ ਹੈ ਕਿ ਜਿਹੜੇ ਫਿਨੋਲਸ ਹੈ ਉਹਨਾਂ ਦਾ ਐਸਿਡਿਕ ਕਰੈਕਟਰ ਉਹ ਸਬਸਟੀਚੁਐਂਟਸ ਤੇ ਵੀ ਬਹੁਤ ਹੱਦ ਤੱਕ ਡਿਪੈਂਡ ਕਰੇਗਾ। ਕਿਵੇਂ ਕਿ ਜਿਹੜੇ ਸਬਸਟੀਚੁਐਂਟਸ ਪਲੱਸ ਆਈ ਇਫੈਕਟ ਸ਼ੋ ਕਰਦੇ ਹੈ, ਜਿਨ੍ਹਾਂ ਨੂੰ ਅਸੀਂ ਇਲੈਕਟ੍ਰੋਨ ਰਿਲੀਜ਼ਿੰਗ ਗਰੁੱਪਸ ਕਹਿੰਦੇ ਹਾਂ, ਜਿਵੇਂ ਕਿ ਮਿਥਾਈਲ ਜਾਂ ਮਿਥੋਕਸੀ, ਇਹ ਜਿਹੜੇ ਹੈ ਐਸਿਡਿਕ ਸਟਰੈਂਥ ਨੂੰ ਘਟਾਉਂਦੇ ਹੈ। ਜਦ ਕਿ ਜਿਹੜੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪਸ ਹੈਗੇ, ਕਿਹੜੇ ਕਿਹੜੇ ਹੈ ਇਲੈਕਟ੍ਰੋਨ ਵਿਦਡਰਾਇੰਗ ਗਰੁੱਪਸ, ਜਿਵੇਂ ਕਿ ਨਾਈਟ੍ਰੋ ਹੈ, ਸਾਇਨਾਈਡ ਹੈ ਜਾਂ ਹੈਲੋਜਨ, ਇਹਨਾਂ ਦਾ ਮਾਈਨਸ ਇਫੈਕਟ ਹੁੰਦਾ ਹੈ ਤੇ ਇਹ ਐਸਿਡਿਕ ਸਟਰੈਂਥ ਵਧਾਉਂਦੇ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਤਾਂ ਇਲੈਕਟ੍ਰੋਨ ਡੋਨੇਟਿੰਗ ਗਰੁੱਪਸ ਹੈ, ਠੀਕ ਹੈ, ਜਿਹੜੇ ਪਲੱਸ ਆਈ ਇਫੈਕਟ ਸ਼ੋ ਕਰਦੇ ਹੈ, ਉਹ ਐਸਿਡਿਕ ਸਟਰੈਂਥ ਨੂੰ ਵਧਾਉਣਗੇ। ਔਰ ਜਿਹੜੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪਸ ਹੈ, ਜਿਵੇਂ ਨਾਈਟ੍ਰੋ ਹੈ, ਸਾਇਨੋ ਹੈ, ਹੈਲੋਜਨ ਹੈ, ਜਿਹੜੇ ਇਲੈਕਟ੍ਰੋਨ ਆਪਣੇ ਵੱਲ ਖਿੱਚਦੇ ਹੈ, ਜਿਨ੍ਹਾਂ ਦਾ ਮਾਈਨਸ ਆਈ ਇਫੈਕਟ ਹੁੰਦਾ ਹੈ, ਉਹ ਐਸਿਡਿਕ ਸਟਰੈਂਥ ਨੂੰ ਵਧਾਉਂਦੇ ਹੈ। ਸੌਰੀ ਬੇਟਾ, ਇੱਥੇ ਮੈਂ ਗਲਤ ਬੋਲ ਗਈ ਹਾਂ। ਇਲੈਕਟ੍ਰੋਨ ਡੋਨੇਟਿੰਗ ਗਰੁੱਪਸ ਜਿਹੜੇ ਹੈ ਉਹ ਐਸਿਡਿਕ ਸਟਰੈਂਥ ਨੂੰ ਘਟਾਉਂਦੇ ਹੈ ਤੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪਸ ਜਿਹੜੇ ਹੈ ਉਹ ਐਸਿਡਿਕ ਸਟਰੈਂਥ ਨੂੰ ਵਧਾਉਂਦੇ ਹੈ। ਹੁਣ ਇੱਥੇ ਦੇਖੋ, ਸਿੰਪਲ ਫੀਨੋਲ ਤੇ ਮਿਥਾਈਲ ਗਰੁੱਪ ਲੱਗਿਆ ਹੋਇਆ ਹੈ ਇੱਕ ਫਿਨੋਲ ਤੇ ਦੂਜੇ ਫਿਨੋਲ ਤੇ ਨਾਈਟ੍ਰੋ ਗਰੁੱਪ ਲੱਗਿਆ। ਹੁਣ ਮਿਥਾਈਲ ਗਰੁੱਪ ਜਿਹੜਾ ਹੈ, ਮਿਥਾਈਲ ਆਰ ਗਰੁੱਪ ਹੁੰਦਾ ਹੈ ਮਿਥਾਈਲ ਗਰੁੱਪ, ਅਲਕਾਈਲ ਗਰੁੱਪ ਦੀ ਇੱਕ ਐਗਜ਼ਾਮਪਲ ਹੈ ਮਿਥਾਈਲ ਗਰੁੱਪ। ਸੋ ਆਰ ਗਰੁੱਪ ਜਿਹੜਾ ਇਨ ਜਨਰਲ ਹੈ ਨਾ, ਇਹ ਇਲੈਕਟ੍ਰੋਨ ਰਿਲੀਜ਼ਿੰਗ ਹੈ। ਇਹਨੇ ਕੀ ਕਰਨਾ ਹੈ, ਆਪਣੇ ਇਲੈਕਟ੍ਰੋਨਸ ਜਿਹੜੇ ਹੈ ਨਾ ਉਹ ਇਸ ਰਿੰਗ ਨੂੰ ਦੇ ਦੇਣੇ ਹੈ, ਤਾਂ ਆਕਸੀਜਨ ਨੂੰ ਇਲੈਕਟ੍ਰੋਨਸ ਮਿਲ ਗਏ। ਜਦੋਂ ਆਕਸੀਜਨ ਕੋਲੇ ਇਲੈਕਟ੍ਰੋਨਸ ਆ ਗਏ ਤਾਂ ਆਕਸੀਜਨ ਜਿਹੜਾ ਹਾਈਡਰੋਜਨ ਦੇ ਨਾਲ ਬੌਂਡ ਹੈ ਨਾ, ਇਹਦੇ ਵਿੱਚੋਂ ਦੀ ਇਲੈਕਟ੍ਰੋਨ ਆਪਣੇ ਵੱਲ ਨਹੀਂ ਖਿੱਚੇਗੀ। ਜਦੋਂ ਇਹਨੇ ਨਹੀਂ ਖਿੱਚਣੇ ਤਾਂ ਹਾਈਡਰੋਜਨ ਦੀ ਰਿਲੀਜ਼ ਐਜ਼ H ਪੋਜ਼ਿਟਿਵ ਸੌਖੀ ਨਹੀਂ ਰਹੇਗੀ। ਪਰ ਜਦੋਂ NO2 ਵਰਗਾ ਗਰੁੱਪ ਲੱਗਿਆ ਹੈ, ਜਿਹਨੇ ਰਿੰਗ ਚੋਂ ਇਲੈਕਟ੍ਰੋਨ ਖਿੱਚਣੇ ਹੈ, ਰਿੰਗ ਨੇ ਆਕਸੀਜਨ ਦੇ ਇਲੈਕਟ੍ਰੋਨ ਆਪਣੇ ਵੱਲ ਖਿੱਚਣੇ ਹੈ, ਤਾਂ ਆਕਸੀਜਨ ਕੀ ਕਰੇਗੀ, ਜਿਹੜਾ ਹਾਈਡਰੋਜਨ ਦੇ ਨਾਲ ਬੌਂਡ ਹੈ ਨਾ, ਇਹ ਵਾਲੇ ਇਲੈਕਟ੍ਰੋਨ ਆਪਣੇ ਵੱਲ ਖਿੱਚ ਲੇਗੀ। ਤਾਂ ਐਜ਼ ਅ ਰਿਜ਼ਲਟ H ਪੋਜ਼ਿਟਿਵ ਦੀ ਰਿਲੀਜ਼ ਸੌਖੀ ਹੋ ਜਾਂਦੀ ਹੈ। ਸੋ ਯਾਦ ਰੱਖੋ, ਕਦੇ ਵੀ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਲੱਗਿਆ ਜਿਹਦਾ ਮਾਈਨਸ ਆਈ ਇਫੈਕਟ ਹੋਏਗਾ, ਉਹ ਐਸਿਡਿਕ ਸਟਰੈਂਥ ਨੂੰ ਵਧਾਏਗਾ। ਔਰ ਜਿਹੜੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਹੈ ਉਹ ਐਸਿਡਿਕ ਸਟਰੈਂਥ ਨੂੰ ਘਟਾਣਗੇ, ਜਿਸ ਕਰਕੇ ਇੱਥੇ ਨਾਈਟ੍ਰੋਫਿਨੋਲ ਇਜ਼ ਮੋਸਟ ਐਸਿਡਿਕ ਦੈਨ ਫੀਨੋਲ। ਔਰ ਫਿਨੋਲ ਦੇ ਨਾਲੋਂ ਐਸਿਡਿਕ ਸਟਰੈਂਥ ਘੱਟ ਹੁੰਦੀ ਹੈ ਜੇਕਰ ਕੋਈ ਵੀ ਅਲਕਾਈਲ ਗਰੁੱਪ ਰਿੰਗ ਤੇ ਡਾਇਰੈਕਟਲੀ ਲੱਗ ਜਾਵੇ, ਜਿਹਨੇ ਇਲੈਕਟ੍ਰੋਨ ਡੋਨੇਟ ਕਰਨੇ ਆ। ਸੋ ਇਸ ਚੀਜ਼ ਨੂੰ ਨਾ ਬੇਟਾ, ਇਸ ਕਨਸੈਪਟ ਨੂੰ ਵੈਰੀ ਵੈਰੀ ਇੰਪੋਰਟੈਂਟ ਕਨਸੈਪਟ ਸਮਝੋ, ਬਿਕੋਜ਼ ਪੇਪਰ ਦੇ ਵਿੱਚ ਤੁਹਾਨੂੰ ਸਵਾਲ ਪੁੱਛਿਆ ਜਾਏਗਾ। ਇਸ ਤਰ੍ਹਾਂ ਦਾ ਸਵਾਲ ਅਕਸਰ ਐਗਜ਼ਾਮ 'ਚ ਪੁੱਛ ਲਿੱਤਾ ਜਾਂਦਾ ਹੈ ਕਿ ਆਊਟ ਆਫ ਨਾਈਟ੍ਰੋਫਿਨੋਲ ਐਂਡ ਫੀਨੋਲ, nitrophenol and phenol, which is more acidic? Which is more acidic and why? ਸੋ ਆਪਾਂ ਨੂੰ ਇਹ ਚੀਜ਼ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਆਪਾਂ ਨੂੰ ਫਿਨੋਲ ਦਾ ਪਤਾ ਹੈ ਕਿ ਇਹ ਐਸਿਡਿਕ ਹੈ, ਫਿਨੋਲ ਦੇ ਉੱਪਰ ਕੋਈ ਵੀ ਤੁਹਾਡੇ ਕੋਲੋਂ ਪੁੱਛਿਆ ਜਾ ਸਕਦਾ ਸਬਸਟੀਚੁਐਂਟ। ਜੇ ਹੁਣ ਤੁਹਾਡੇ ਕੋਲੋਂ ਨਾਈਟ੍ਰੋ ਗਰੁੱਪ ਪੁੱਛ ਲਿਆ ਤਾਂ ਤੁਹਾਨੂੰ ਪਤਾ ਹੈ ਕਿ ਦਿਸ ਇਜ਼ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ। ਸੋ ਇਹਨੇ ਕੀ ਕਰਨਾ ਹੈ,
ਇਹਨੇ ਇਲੈਕਟ੍ਰॉन्स ਜਿਹੜੇ ਹੈ ਨਾ ਉਹ ਆਪਣੇ ਵੱਲ ਨੂੰ ਖਿੱਚ ਲੈਣੇ ਆ। ਤਾਂ ਰਿੰਗ ਨੇ ਇਲੈਕਟ੍ਰॉन ਕਿੱਥੋਂ ਲੈਣੇ ਆ? ਉਹਨੇ ਆਕਸੀਜਨ ਤੋਂ ਲੈਣੇ ਆ। ਤਾਂ ਆਕਸੀਜਨ ਕੀ ਕਰੇਗੀ? ਜਿਹੜਾ ਆ ਬੌਂਡ ਦੇ ਵਿੱਚ, ਸਿੰਗਲ ਬੌਂਡ ਦੇ ਵਿੱਚ 2 ਇਲੈਕਟ੍ਰॉन ਪਏ ਆ ਨਾ, ਇਹਨਾਂ ਨੂੰ ਆਪਣੇ ਵੱਲ ਖਿੱਚ ਲੇਗੀ। ਤਾਂ H ਨੂੰ ਕੋਈ ਇਲੈਕਟ੍ਰॉन ਨਹੀਂ ਦੇਗੀ, H ਪੋਜ਼ਿਟਿਵ ਦੀ ਰਿਲੀਜ਼ ਸੌਖੀ ਹੋ ਗਈ। ਦੈਟ ਮੀਨਸ ਮੋਰ ਐਸਿਡਿਕ। ਸੋ ਇਸ ਕੁਐਸਚਨ ਨੂੰ ਤੁਸੀਂ ਇਗਨੋਰ ਨਹੀਂ ਕਰਨਾ। ਜੇ ਤੁਹਾਨੂੰ ਇਸ ਤਰ੍ਹਾਂ ਪੁੱਛ ਲਿੱਤਾ ਜਾਵੇ ਕਿ ਫੀਨੋਲ ਜਾਂ ਮਿਥਾਈਲ ਗਰੁੱਪ ਲੱਗਿਆ ਹੋਇਆ ਫੀਨੋਲ ਤੇ, ਜਾਂ ਕੋਈ ਵੀ ਐਲਕਾਈਲੇਟਡ ਫੀਨੋਲ ਤੁਹਾਨੂੰ ਕਹਿ ਦੇ, ਇਹਨਾਂ ਦੋਨਾਂ ਦੇ ਵਿੱਚੋਂ ਕਿਹੜਾ ਜ਼ਿਆਦਾ ਐਸਿਡਿਕ ਹੋਏਗਾ? ਫੀਨੋਲ ਜ਼ਿਆਦਾ ਐਸਿਡਿਕ ਹੋਏਗਾ। ਕਿਉਂ? ਕਿਉਂਕਿ ਜਿਹੜਾ R ਗਰੁੱਪ ਹੈ, this is electron donating group and it decreases the acidic strength। ਕਿਉਂ ਡਿਕਰੀਜ਼ ਕਰ ਦੇਗਾ? ਬਿਕੋਜ਼ ਇਹਨੇ ਪਲੱਸ I ਇਫੈਕਟ। ਪਲੱਸ I ਇਫੈਕਟ ਦਾ ਮਤਲਬ ਕੀ ਹੈ? ਆਪਣੇ ਇਲੈਕਟ੍ਰॉन ਰਿੰਗ ਨੂੰ ਦੇਗਾ। ਠੀਕ, ਸੋ ਇਹ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ ਹੈ। ਅਗਲੀ ਜਿਹੜੀ ਆਪਾਂ ਰਿਐਕਸ਼ਨ ਕਰਦੇ ਹਾਂ, ਜਿੰਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਹੜਾ OH ਗਰੁੱਪ ਹੈ ਫਿਨੋਲ ਦਾ, ਇਹ ਪਾਰਟਿਸਿਪੇਟ ਕਰ ਰਿਹਾ ਹੈ, ਦੈਟ ਇਜ਼ ਐਕਸ਼ਨ ਵਿਦ ਜ਼ਿੰਕ ਡਸਟ। ਜ਼ਿੰਕ ਡਸਟ ਦੇ ਨਾਲ ਜਦੋਂ ਫਿਨੋਲ ਐਕਟ ਕਰੇਗਾ ਤਾਂ ਬੈਂਜ਼ੀਨ ਬਣੇਗੀ। ਇਹਨੂੰ ਤੁਸੀਂ ਯਾਦ ਰੱਖਣਾ ਹੈ, ਕਾਫੀ ਇੰਪੋਰਟੈਂਟ ਰਿਐਕਸ਼ਨ ਹੈ। ਠੀਕ ਹੈ, ਸੋ ਨੈਕਸਟ ਜਿਹੜੀ ਆਪਾਂ ਇੱਥੇ ਗੱਲ ਕਰਦੇ ਹਾਂ, that is action with ammonia। so ammonia ਦੇ ਨਾਲ ਫਿਨੋਲ ਦਾ OH ਗਰੁੱਪ ਜਿਹੜਾ ਹੈ ਉਹ ਕਿਵੇਂ ਰਿਐਕਟ ਕਰਦਾ ਹੈ? in presence of anhydrous ZnCl2 OH ਗਰੁੱਪ ਜਿਹੜਾ ਹੈ ਇੱਥੋਂ ਨਿਕਲ ਜਾਂਦਾ ਹੈ ਤੇ NH2 ਦੀ ਥਾਂ ਤੇ ਲੱਗ ਗਿਆ। ਸੋ ਜਦੋਂ ਬੈਂਜ਼ੀਨ ਰਿੰਗ ਦੇ ਉੱਤੇ NH2 ਗਰੁੱਪ ਲੱਗ ਗਿਆ, this is called now aniline। so aniline is formed। ਜਦੋਂ ਫਿਨੋਲ ਅਮੋਨੀਆ ਨਾਲ ਰਿਐਕਟ ਕਰੇਗਾ ਤਾਂ ਐਨਲਿਨ ਬਣੇਗੀ। ਨੈਕਸਟ ਹੈ ਜਦੋਂ ਐਸਿਡ ਕਲੋਰਾਈਡ ਨਾਲ ਰਿਐਕਟ ਕਰੇਗਾ। ਹੁਣ ਆਪਾਂ ਇਹ ਕਰ ਰਹੇ ਹਾਂ ਨਾ ਕਿ ਫਿਨੋਲਸ ਦਾ ਐਸਿਡਿਕ ਨੇਚਰ ਹੈ। ਸੋ ਬੇਟਾ ਜੀ ਆ ਜਿਹੜੀ H ਹੈ, ਇਹਦੀ ਥਾਂ ਤੇ ਆ COCH3 ਇਹ ਗਰੁੱਪ ਲੱਗ ਗਿਆ। ਦਿਸ ਇਜ਼ ਕਾਲਡ ਫਿਨਾਈਲ ਐਸੀਟੇਟ। ਔਰ ਫਿਨਾਈਲ ਐਸੀਟੇਟ AlCl3 ਦੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਹੀਟ ਅਪ ਕੀਤਾ ਜਾਂਦਾ ਹੈ ਨਾ, ਤਾਂ ਫਰਾਈਜ਼ ਰੀਅਰੇਂਜਮੈਂਟ ਹੋ ਜਾਂਦਾ ਹੈ। ਇੱਥੋਂ ਦੀ H ਉਹ O ਦੇ ਨਾਲ ਲੱਗ ਜਾਂਦੀ ਹੈ ਔਰ COCH3 ਗਰੁੱਪ ਜਿਹੜਾ ਹੈ ਉਹ ਆਰਥੋ ਪੋਜੀਸ਼ਨ ਔਰ ਪੈਰਾ ਪੋਜੀਸ਼ਨ ਤੇ ਲੱਗ ਜਾਂਦਾ ਹੈ। ਇੱਕ ਵਾਰੀ ਇਸ ਰਿਐਕਸ਼ਨ ਨੂੰ ਆਪਾਂ ਲਿਖ ਕੇ ਦੇਖਦੇ ਹਾਂ, ਬਿਕੋਜ਼ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਰਿਐਕਸ਼ਨ। ਇੱਥੇ ਤੁਸੀਂ ਫਰਾਈਜ਼ ਰੀਅਰੇਂਜਮੈਂਟ ਨੂੰ ਵੀ ਧਿਆਨ 'ਚ ਰੱਖਣਾ ਹੈ। ਸੋ ਲੈਟਸ ਟਰਾਈ ਟੂ ਰਾਈਟ ਦਿਸ ਰਿਐਕਸ਼ਨ ਵਨਸ ਮੋਰ। ਆਪਾਂ ਇੱਥੇ ਕੀ ਕਹਿ ਰਹੇ ਹਾਂ ਕਿ ਫਿਨੋਲ ਜਿਹੜਾ ਹੈ, we are trying to say ਕਿ ਫਿਨੋਲ ਜਿਹੜਾ ਹੈ ਉਹ ਐਸੀਟਾਈਲ ਕਲੋਰਾਈਡ ਦੇ ਨਾਲ ਰਿਐਕਟ ਕਰਦਾ ਹੈ, CH3COCl ਦੇ ਨਾਲ ਰਿਐਕਟ ਕਰਦਾ ਹੈ। ਤੇ ਜਿਹੜਾ ਫਿਨੋਲ ਦਾ ਐਸਿਡਿਕ ਨੇਚਰ ਹੈ, ਮਤਲਬ ਇਹਦਾ H ਨਿਕਲ ਜਾਣਾ, ਉਹਦੀ ਥਾਂ ਤੇ COCH3। ਬੇਟਾ ਆਹ ਵਾਲਾ ਗਰੁੱਪ ਜਿਹੜਾ ਹੈ ਨਾ, ਇਹ ਗਰੁੱਪ O ਦੇ ਨਾਲ ਜਾ ਕੇ ਲੱਗ ਜਾਣਾ। ਠੀਕ ਹੈ, ਸੋ ਇਹਦਾ ਨਾਮ ਕੀ ਹੈ? ਦਿਸ ਇਜ਼ ਫਿਨਾਈਲ ਐਸੀਟੇਟ। ਇਹਨੂੰ ਨਾਲ ਦੀ ਨਾਲ ਲਿਖ ਕੇ ਦੇਖੋ ਬੇਟਾ। ਦਿਸ ਇਜ਼ ਵੈਰੀ ਇੰਪੋਰਟੈਂਟ ਰਿਐਕਸ਼ਨ, ਪਲੀਜ਼ ਰਾਈਟ ਇਟ ਡਾਊਨ। ਓਕੇ, ਜਦੋਂ ਫਿਨਾਈਲ ਐਸੀਟੇਟ ਨੂੰ, ਫਿਨਾਈਲ ਐਸੀਟੇਟ ਇੱਕ ਵਾਰੀ ਦੁਬਾਰਾ ਲਿਖ ਲੈਣੇ ਆ ਆਪਾਂ, ਉਹੀ ਇੱਕ ਜਿਹੜਾ ਆਪਾਂ ਹੁਣੇ ਸਿੰਥੇਸਾਈਜ਼ ਕੀਤਾ ਹੈ। ਦਿਸ ਇਜ਼ ਫਿਨਾਈਲ ਐਸੀਟੇਟ। ਜਦੋਂ ਆਪਾਂ ਫਿਨਾਈਲ ਐਸੀਟੇਟ ਨੂੰ AlCl3 ਦੀ ਪ੍ਰੈਜ਼ੈਂਸ 'ਚ ਹੀਟ ਅਪ ਕਰਾਂਗੇ ਤਾਂ ਆਪਣੇ ਕੋਲੇ ਫਰਾਈਜ਼ ਰੀਅਰੇਂਜਮੈਂਟ ਹੋ ਜਾਣਾ ਹੈ। ਮਤਲਬ ਇੱਥੋਂ ਦੀ H ਜਿਹੜੀ ਹੈ ਉਹ O ਦੇ ਨਾਲ ਲੱਗ ਗਈ ਤੇ ਜਿਹੜਾ ਇੱਥੇ COCH3 ਗਰੁੱਪ ਸੀ ਉਹ ਆਰਥੋ ਪੋਜੀਸ਼ਨ ਤੇ ਜਾਂ ਫਿਨੋਲ ਦੀ ਪੈਰਾ ਪੋਜੀਸ਼ਨ ਤੇ ਜਾ ਕੇ ਅਟੈਚ ਹੋ ਜਾਏਗਾ। ਇਸ ਅਰੇਂਜਮੈਂਟ ਨੂੰ ਆਪਾਂ ਕੀ ਕਹਿੰਦੇ ਹਾਂ? ਫਰਾਈਜ਼ ਰੀਅਰੇਂਜਮੈਂਟ। ਸੋ ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਰਿਐਕਸ਼ਨ। ਮੁਸ਼ਕਿਲ ਨਹੀਂ ਹੈ, ਸਿਰਫ ਇੱਥੋਂ ਦੀ HCl ਆਪਾਂ ਬਾਹਰ ਕੱਢਿਆ ਹੈ, ਬਾਕੀ ਚੀਜ਼ਾਂ ਨੂੰ ਜੋੜਤਾ। ਯਾਦ ਰੱਖਣ ਵਾਲੀ ਗੱਲ ਹੈ। ਸੋ ਇਹਨੂੰ ਬੇਟਾ ਕਈ ਵਾਰੀ ਆਪਾਂ ਐਸਾਈਲੇਸ਼ਨ ਵੀ ਕਹਿ ਦਿੰਦੇ ਹਾਂ। ਓਕੇ, ਨੈਕਸਟ
reaction is benzoylation. Benzoylation बेटे जिवें एसिटाइलेशन कीती है ना उसे तरह ही benzoylation होनी है। इहदे च की होएगा कि इत्थों दी H निकलेगी ते आहा COC6H5 COC6H5 ये उस H दी थां ते लग जे, इहदा नाम होएगा फिनाइल बेंजोएट। पहला आपां की कीता सी फिनाइल एसीटेट। सो इनू भी एक बारी लिख के देखिए बेटा, नाल दी नाल जरूर लिखी जाओ रिएक्शंस, जब तक रिएक्शंस लिखोगे नहीं तो अनु नहीं आनगियां। सो दिस इज नॉट डिफिकल्ट। देखो की होना है, आ वाला H और Cl इन्हां ने निकल जाना है और बाकी जड़ा है वो अटैच हो जाएगा O दे नाल। की बनया COC6H5 HCl निकल गया। इनका नाम की होएगा? यस हुने मैं बोलिया है, ट्राई टू आंसर, ऊपर लिखा भी होया है, दिस इज फिनाइल बेंजोएट। ओके, हैशटैग केमिस्ट्री हुड। ओके बेटा, हुन इस दे बाद जो अपने कोले अगली रिएक्शंस आनी है ना, उत्थे बेंजीन रिंग जेड़ी है वो एक मेजर रोल प्ले करती है। बेंजीन इलेक्ट्रॉन रिच होंदी है ना, इस करके इलेक्ट्रोफाइल उनदे उत्ते आके अटैक कर दे। सो बेंजीन शोज इलेक्ट्रोफिलिक सब्सटीट्यूशन रिएक्शंस। सो बेंजीन रिंग जेड़ी की फिनोल दे विच इंपॉर्टेंट रोल प्ले करती है, दैट इज इलेक्ट्रॉन रिच। एज यू कैन सी आपां फिनोल दे रेजोनेटिंग स्ट्रक्चर्स कीते हैं ते असीं देखिया है कि रिंग दे उत्ते नेगेटिव चार्ज जेड़ा है वो हुंदा है। ठीक है, सो बेंजीन रिंग करके ਜਿਹੜੀਆਂ रिएक्शंस हैं उन्हां दे विच सब तो पहली रिएक्शन ਅਸੀਂ स्टडी करते हैं ब्रोमीनेशन। ब्रोमीनेशन दे विच ਅਸੀਂ देखते हैं कि फिनोल ਜਦੋਂ एक्वस ब्रोमीन वाटर दे नाल रिएक्ट करती है ਤਾਂ 2,4,6 ट्राइब्रोमोफिनोल बनता है। यानी कि फिनोल दे उत्ते रिंग दे उत्ते सैकेंड पोजीशन ते, फोर्थ पोजीशन ते सिक्स्थ पोजीशन ते ब्रोमीन ग्रुप लग गया। सो 2 4 6 इनू ड्रॉ करके देखो, मुश्किल नहीं है। दिस इज फिनोल, आ 2 पोजीशन होगी, 4 पोजीशन होगी ते 6 पोजीशन, इन्हां 3 पोजीशंस ते ब्रोमो ग्रुप लग गया ते तीनों पोजीशंस तो H निकलेगी, HBr 3 HBr बाहर निकल जाएंगे। पर ਜਦੋਂ यही रिएक्शन CS2 ਦੀ ਪ੍ਰੈਜ਼ੈਂਸ ਚ ਹੁੰਦੀ ਹੈ ਤਾਂ ਪ੍ਰੋਡਕਟ ਅਸੀਂ ਦੇਖਦੇ ਹਾਂ ਮੋਨੋ ਸਬਸਟੀਟਿਊਟਡ ਬਣਦੇ ਆ। ਮਤਲਬ ਇੱਕ ਥਾਂ ਤੇ ਬ੍ਰੋਮੀਨ ਗਰੁੱਪ ਲੱਗੇਗਾ, ਠੀਕ ਹੈ, ਜਾਂ ਆਰਥੋ ਪੋਜੀਸ਼ਨ ਜਾਂ ਪੈਰਾ ਪੋਜੀਸ਼ਨ। ਹੁਣ ਇਹਦਾ ਰੀਜ਼ਨ, ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ, ਕਿ ਜਦੋਂ ਬ੍ਰੋਮੀਨ ਵਾਟਰ ਨਾਲ ਰਿਐਕਟ ਕਰਦੇ ਆ ਤਾਂ ਟ੍ਰਾਈਬ੍ਰੋਮੋ ਸਬਸਟੀਟਿਊਟਡ ਪ੍ਰੋਡਕਟ ਹੈ, ਜਦੋਂ ਕਾਰਬਨ ਡਾਈਸਲਫਾਈਡ ਦੀ ਪ੍ਰੈਜ਼ੈਂਸ ਚ ਰਿਐਕਟ ਕਰਦੇ ਆ ਤਾਂ ਮੋਨੋ ਸਬਸਟੀਟਿਊਟਡ ਹੈ ਇਹ। ਸੋ ਵਾਈ? सो इन द रीजन जो बनता है दैट इज कि जदों एक्वस मीडियम दे विच फिनोल रिएक्ट करता है तो फिनॉक्साइड आयन प्रोड्यूस होता है। फिनॉक्साइड आयन जिवें आपां उहदे रेजोनेटिंग स्ट्रक्चर्स करके ही देखे है कि फिनॉक्साइड आयन दे विच ऑक्सीजन एटम ऑफ फिनॉक्साइड आयन दे उत्ते नेगेटिव चार्ज हुंदा है, जिहड़ा कि वो बेंजीन रिंग नूं दे दिंदा है। बेंजीन रिंग बहुत ज्यादा एक्टिवेट हो जाती है, जिस करके ट्राई सब्सटीट्यूटेड प्रोडक्ट बन जाता है। पर जदों कार्बन डाइसल्फाइड की प्रेजेंस हुंदा है तां फिनॉक्साइड बहुत घट मात्रा च बनता है। जदों फिनॉक्साइड ही नहीं बनया तां रिंग ने इन्हां सारियां पोजीशंस ते एक्टिवेट नहीं होना, थोड़ा बहुत जिन्ना एक्टिवेट होएगी उनके अकॉर्डिंगली ऑर्थो ते ब्रोमो प्रोडक्ट्स जिहड़े है वो बन जाते हैं। सो नैक्सट आ जाती है अपने कोले नाइट्रेशन। नाइट्रेशन दे विच असीं देखते हैं कि फिनोल जिहड़ा है वो नाइट्रिक एसिड दे नाल मोनो सब्सटीट्यूटेड प्रोडक्ट बना रहे हैं, या ऑर्थो नाइट्रोफिनोल या पैरा नाइट्रोफिनोल। ਹੁਣ ਇੱਥੇ याद रखने वाली गल है, +1 ਚ ਆਪਾਂ ਇਹ टॉपिक ਕੀਤਾ ਸੀ कि ऑर्थो नाइट्रोफिनोल ਜਿਹੜਾ है वो स्टीम वोलेटाइल ਹੁੰਦਾ है। क्यों? क्योंकि ਇਹਦੇ ਵਿੱਚ इंट्रामोलिक्यूलर हाइड्रोजन बॉन्डिंग ਹੁੰਦੀ है। ਕਿਹੜੀ? इंट्रा, विद इन द मॉलिक्यूल ਜਿਹੜੀ हाइड्रोजन बॉन्डिंग है, इंट्रामोलिक्यूलर हाइड्रोजन बॉन्डिंग। पर
ਜਿਹੜਾ ਪੈਰਾ ਪੋਜੀਸ਼ਨ ਤੇ ਹੈ यानी कि 4 नाइट्रोफिनोल है जेड़ा, this is having higher boiling point. Why it has higher boiling point? Because in ਦੇ ਵਿੱਚ intermolecular hydrogen bonding ਹੁੰਦੀ ਹੈ, ठीक है, intermolecular hydrogen bonding, so this is less volatile. Okay, ਇਸ ਦੇ ਬਾਅਦ ਜਿਹੜੀ very important reaction ਆਪਾਂ ਕਰਨੀ ਹੈ ਜਿੰਦੇ ਚ ਬੈਂਜ਼ੀਨ ਰਿੰਗ ਫਿਨੋਲ ਦੀ ਜਿਹੜੀ ਰਿਐਕਸ਼ਨ ਹੈ ਨਾ, ਇਹ ਮੇਨਲੀ ਇਸ ਕਰਕੇ ਹੈ ਕਿ ਬੈਂਜ਼ੀਨ ਰਿੰਗ ਜਿਹੜੀ ਹੈ ਇਲੈਕਟ੍ਰੋਨ ਰਿਚ ਹੈ। ਸੋ ਇਸ ਰਿਐਕਸ਼ਨ ਨੂੰ ਆਪਾਂ FC ਫਰੀਡਲ ਕਰਾਫਟ ਐਲਕਾਈਲੇਸ਼ਨ ਵੀ ਕਹਿੰਦੇ ਆ। ਓਕੇ, ਸ਼ਾਰਟ ਫਾਰਮ ਚ FC ਐਲਕਾਈਲੇਸ਼ਨ ਵੀ ਕਹਿ ਦਿੰਦੇ ਆ। ਐਨਹਾਈਡਰਸ AlCl3 ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜਾ CH3 ਗਰੁੱਪ ਹੈ ਇਹ ਫਿਨੋਲ ਦੇ ਉੱਤੇ ਆ ਕੇ ਅਟੈਚ ਹੋ ਜਾਂਦਾ ਹੈ, ਜਿੰਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਕਿ ਫਿਨੋਲ ਦੀ ਅਲਕਾਈਲੇਸ਼ਨ ਹੋ ਗਈ, ਫਿਨੋਲ ਦੇ ਉੱਪਰ ਅਲਕਾਈਲ ਗਰੁੱਪ ਆ ਕੇ ਅਟੈਚ ਹੋ ਗਿਆ। ਓਕੇ ਬੇਟਾ ਜੀ, ਨੈਕਸਟ ਆਉਂਦੀਆਂ ਹੈ ਸਪੈਸ਼ਲ ਰਿਐਕਸ਼ਨਸ ਆਫ ਫਿਨੋਲ। ਇਹਦੇ ਵਿੱਚ ਆਪਾਂ ਸਭ ਤੋਂ ਪਹਿਲੇ ਕਰਦੇ ਹਾਂ ਕਾਲਬਸ ਰਿਐਕਸ਼ਨ। ਕਾਲਬਸ ਰਿਐਕਸ਼ਨ ਕੀ ਹੁੰਦੀ ਹੈ ਕਿ ਫਿਨੋਲ ਤੋਂ ਸੋਡੀਅਮ ਫਿਨੋਕਸਾਈਡ ਬਣਿਆ, ਜਦੋਂ ਇਹਨੂੰ ਕਾਰਬਨ ਡਾਈਆਕਸਾਈਡ ਦੇ ਨਾਲ ਐਕਸਪੋਜ਼ ਕੀਤਾ ਜਾਂਦਾ ਹੈ ਤਾਂ ਤੇ ਇੱਥੇ ਰੀਅਰੇਂਜਮੈਂਟ ਰਿਐਕਸ਼ਨ ਹੋਏਗੀ ਇਨ ਸੱਚ ਅ ਵੇ that sodium salicylate is formed. ਓਕੇ, ਸੋ ਸੋਡੀਅਮ ਸੈਲਿਸਿਲੇਟ ਕਿਵੇਂ ਫਾਰਮ ਹੁੰਦਾ ਹੈ ਤੇ ਉਹਦੇ ਤੋਂ ਸੈਲਿਸਿਲਿਕ ਐਸਿਡ ਕਿਵੇਂ ਬਣਦਾ ਹੈ, ਆਓ ਇੱਕ ਵਾਰੀ ਆਪਾਂ ਡਰਾ ਕਰਕੇ ਇਹਨੂੰ ਖੁਦ ਦੇਖਦੇ ਹਾਂ। ਓਕੇ, ਸੋ ਆਪਾਂ ਲਿੱਤਾ ਇੱਥੇ ਫਿਨੋਲ। ਸਭ ਤੋਂ ਪਹਿਲਾਂ ਆਪਾਂ ਨਾਮ ਲਿਖੀਏ ਜੋ ਰਿਐਕਸ਼ਨ ਅਸੀਂ ਕਰ ਰਹੇ ਹਾਂ, ਦਿਸ ਇਜ਼ ਕਾਲਬਸ ਰਿਐਕਸ਼ਨ। ਓਕੇ, ਕਾਲਬ ਰਿਐਕਸ਼ਨ ਦੇ ਵਿੱਚ ਫਿਨੋਲ ਤੋਂ ਬਣਨਾ ਹੈ ਆਪਣੇ ਕੋਲੇ ਸੈਲਿਸਿਲਿਕ ਐਸਿਡ। ਸੈਲਿਸਿਲਿਕ ਐਸਿਡ ਕਾਫੀ ਇੰਪੋਰਟੈਂਟ ਰਿਐਕਟੈਂਟ ਹੈ ਫॉर ਮੈਨੀ ਅਦਰ ਕਮਰਸ਼ੀਅਲ ਪ੍ਰੋਡਕਟਸ। ਸੋ ਫਿਨੋਲ ਦੇ ਵਿੱਚ ਆਪਾਂ ਕਾਰਬਨ ਡਾਈਆਕਸਾਈਡ ਪਾਉਂਦੇ ਹਾਂ, ਸੋ ਇਹਦੇ ਵਿੱਚ ਆਪਣੇ ਕੋਲੇ ਜੋ ਬਣਨਾ ਹੈ that is COONA। ਇਹਦਾ ਨਾਮ ਕੀ ਹੈ, ਫਿਨਾइल सोडियम कार्बोनेट। दिस इज फिनाइल सोडियम कार्बोनेट। और फिनाइल सोडियम कार्बोनेट ਜਿਹੜਾ ਹੈ ਉਹ ਰੀਅਰੇਂਜ ਹੋ ਜਾਂਦਾ ਹੈ। ਰੀਅਰੇਂਜ ਕਿਸ ਤਰੀਕੇ ਹੋਏਗਾ, ਲੈਟ ਅਸ ਸੀ। ਇਹਦੇ ਚ ਬਣੇਗਾ ਬੇਟਾ OH ਲਾਈਕ ਦਿਸ और COONA। मतलब कहता है कि इत्थों दी H जिहड़ी है वो O दे नाल लग गई और CONA जिहड़ा है वो रिंग दे नाल अटैच हो गया, ठीक है। सो जदों इहनूं आपां dilute HCl दे नाल रिएक्ट करांगे ना, सो इहदे तों अपने कोले सैलिसिलिक एसिड जिहड़ा है वो प्रोड्यूस हो जाता है। दिस इज सैलिसिलिक एसिड। सैलिसिलिक एसिड जिहड़ा है वो अगे काफ़ी रिएक्शनस दे विच इंपॉर्टेंट रिएक्टेंट दा रोल प्ले करता है, जिवें कि आपां सारिआं ने सुनी हुई है एस्पिरिन नाम दी मेडिसिन। सो सैलिसिलिक एसिड तो एस्पिरिन बनती है। किवें बनती है देखिए जरा आपां, दिस इज सैलिसिलिक एसिड। सो सैलिसिलिक एसिड दे विच आपां पा दिन्ने हैं एसिटिक एनहाइड्राइड। एनहाइड्राइड का फॉर्मूला करवाया सी, याद है, दिस इज एसिटिक एनहाइड्राइड। सो एसिटिक एनहाइड्राइड दे विचों दी रिएक्शन किस तरह होना है वो देखो, इत्थे H दी थां ते COCH3 आ गया, बाकी उदां दा उदां ही रहेगा। इनका नाम की बनिया, दिस इज एक्चुअली एस्पिरिन। दिस इज एस्पिरिन। इहदा नाम हुंदा है 2-एसिटॉक्सी बेंजोइक एसिड। दिस इज 2-एसिटॉक्सी बेंजोइक एसिड। ओके, नाल रिलीज की होएगा, इत्थों दी CH3COO बचिया ते इत्थों दी H निकले, सो CH3COOH। सो ये याद रखना है, प्रिपरेशन ऑफ एस्पिरिन इज
वेरी 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 इंपॉर्टेंट, जिन्ने मर्जी इहदे अगे वेरी वेरी लगा लो, दिस इज वेरी 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 इंपॉर्टेंट। सो नाउ नेक्स्ट आ जाती है बेटे, ਇੱਥੇ ਆਪਾਂ ਜੋ ਸਟੱਡੀ ਕਰਨੀ ਹੈ that is also very important reaction, ਇਹਦੇ ਅੱਗੇ ਵੀ ਜਿੰਨੇ ਵੈਰੀ ਲਗਾ ਸਕਦੇ ਆ ਆਪਾਂ ਉਨੇ ਹੀ ਵੈਰੀ ਲਗਾ ਲਓ, this is very important reaction again। ਸੋ ਫਿਨੋਲ ਲਿੱਤਾ, ਫਿਨੋਲ ਤੋਂ ਸੋਡੀਅਮ ਦੇ ਨਾਲ ਟ੍ਰੀਟ ਕਰਾਂਗੇ, ਆਪਣੇ ਕੋਲੇ ਬਣ ਜਾਏਗਾ ਸੋਡੀਅਮ ਫਿਨੋਕਸਾਈਡ। ਓਕੇ, ਸੋਡੀਅਮ ਫਿਨੋਕਸਾਈਡ ਕਲੋਰੋਫਾਰਮ ਦੇ ਨਾਲ ਰਿਐਕਟ ਕਰਦਾ ਹੈ, ਕਲੋਰੋਫਾਰਮ ਦੇ ਨਾਲ, ਤੇ ਆਪਣੇ ਕੋਲੇ ਇਹ ਇੱਕ ਐਡੀਸ਼ਨ ਪ੍ਰੋਡਕਟ ਬਣ ਗਿਆ। ਜਦੋਂ ਐਕੁਅਸ QH ਐਡ ਕੀਤਾ ਜਾਂਦਾ ਹੈ ਤਾਂ ਜਿਹੜੀਆਂ ਦੋ ਕਲੋਰੀਨਸ ਹੈ ਨਾ, ਆ ਦੋ ਕਲੋਰੀਨਸ, ਇਹਨਾਂ ਦੋਨਾਂ ਦੀ ਥਾਂ ਤੇ ਦੋ OH ਆ ਗਏ। ਹੁਣ ਜੇ ਦੋ OH ਇੱਕੋ ਕਾਰਬਨ ਤੇ ਲੱਗੇ ਹੈ ਤਾਂ ਵਾਟਰ ਇਹਦੇ ਚੋਂ ਨਿਕਲ ਜਾਏਗਾ, ਇੱਥੇ ਡਬਲ ਬੌਂਡ O ਯਾਨੀ ਕਿ ਐਲਡੀਹਾਈਡਿਕ ਗਰੁੱਪ ਆ ਗਿਆ। ਡਿਲੂਟ HCl ਦੀ ਵਰਤੋਂ ਕਰਾਂਗੇ ਤਾਂ ਆ ਸੋਡੀਅਮ ਦੀ ਥਾਂ ਤੇ H ਆ ਜਾਏਗਾ। ਸੋ ਦਿਸ ਇਜ਼ ਕਾਲਡ ਸੈਲੀਸੈਲਡੀਹਾਈਡ। सो फिनोल जे क्लोरोफॉर्म नाल रिएक्ट कर रही है तो सैलिसैल्डिहाइड प्रोड्यूस करेगी, और जे ये रिएक्ट कर रही है CCl4 दे नाल। ये याद रखना है, रीमर टाइमन रिएक्शन दे विच फिनोल अगर क्लोरोफॉर्म दे नाल रिएक्ट कर रही है तो बनाएगी सैलिसैल्डिहाइड OHCHO। बट अगर फिनोल CCl4 नाल रिएक्ट कर रही है, कार्बन टेट्राक्लोराइड नाल रिएक्ट कर रही है तो ये बनाएगी सैलिसिलिक एसिड, जिवें आपां कॉल्स रिएक्शन दे विच भी बनाया सी। सो हुण आपां फिनोल्स दियां दो स्पेशल रिएक्शंस कर चुके हैं, एक आपां कीती कॉल्स रिएक्शन और दूसरी आपां कीती है व्हाट वी हैव डन, रीमर टाइमन रिएक्शन। एंड नाउ third most important reaction of phenol is coupling reaction। coupling reaction ਜਿਹੜੀ ਹੈ ਉਹਨੂੰ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ dyes are produced, ਠੀਕ ਹੈ। ਸੋ ਇਹ ਰਿਐਕਸ਼ਨ ਨੂੰ ਤੁਸੀਂ ਨਾਲ ਨਾਲ ਲਿਖ ਕੇ ਹੀ ਸਮਝ ਪਾਓਗੇ ਬੇਟਾ। ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਬੈਂਜ਼ੀਨ ਡਾਇਜ਼ੋਨੀਅਮ ਕਲੋਰਾਈਡ। ਕੀ ਕੀਤਾ ਜਾਂਦਾ ਹੈ ਯੂਜ਼? ਬੈਂਜ਼ੀਨ डायजोनियम क्लोराइड। सो बेंजीन डायजोनियम क्लोराइड जिहड़ा है वो फिनोल नाल रिएक्ट करेगा। सो फिनोल दे नाल, फिनोल नू बेटा अक्सर आपां लंबे लोट लिखते हैं, इहदे च कुछ इस तरह चौड़ाई दे लोट लिखना है ते इत्थों दी सिंपल एनिक रिएक्शन होनी है ते जिहड़ा प्रोडक्ट बनना है दैट इज ऑरेंज कलर डाई। N2 ਜਿਹੜਾ ਹੈ ਉਹ ਇੱਥੇ ਇਸ ਫਾਰਮ 'ਚ ਨਹੀਂ ਲਿਖਣਾ ਆਪਾਂ। N2 ਕਿਸ ਤਰ੍ਹਾਂ ਲਿਖਣਾ ਹੈ ਉਹ ਦੇਖੋ। N2 ਜਿਹੜਾ ਹੈ ਉਹ ਆਪਾਂ ਬੌਂਡ ਬਣਾ ਕੇ ਫੇਰ ਲਿਖਣਾ ਹੈ, ਠੀਕ ਹੈ। ਸੋ N ਦੇ ਨਾਲ ਇੱਥੇ ਆਪਾਂ ਡਬਲ ਬੌਂਡ N ਡਰਾ ਕਰਾਂਗੇ ਤੇ ਆ ਬੈਂਜ਼ੀਨ ਰਿੰਗ ਬਣਾ ਦਾਂਗੇ। This is OH of phenol. This is famous orange dye। ਇਹਦਾ ਨਾਮ ਹੁੰਦਾ ਹੈ ਪੈਰਾ ਹਾਈਡਰੋਕਸੀ। ਦਿਸ ਇਜ਼ ਪੈਰਾ ਹਾਈਡਰੋਕਸੀ ਏਜ਼ੋ ਬੈਂਜ਼ੀਨ। ਦਿਸ ਇਜ਼ ਪੈਰਾ ਪੋਜੀਸ਼ਨ ਹਾਈਡਰੋਕਸੀ, ਦਿਸ ਇਜ਼ ਏਜ਼ੋ ਬੈਂਜ਼ੀਨ। ਓਕੇ, ਸੋ नेक्स्ट जिहड़ी या कह लो आपां कि लास्ट इंपॉर्टेंट रिएक्शन करनी है दैट इज रिएक्शन विद थैलिक एनहाइड्राइड। थैलिक एनहाइड्राइड दे नाल फिनोल दा रिएक्शन स्टडी करना है। सो फिनोल और थैलिक एनहाइड्राइड जिहड़े हैं वो आपस दे विच रिएक्ट करते हैं ते फिनॉल फथलीन बनाते हैं। फिनॉल फथलीन प्रैक्टिकल्स दे विच तुसीं एज इंडिकेटर यूज किए जाने वाले सबसटेंस के नाम से इनू जानते हो। सो आप फिनॉल फथलीन का स्ट्रक्चर भी एक बार देखते हैं कि फिनॉल फथलीन किवें बनाई जाती है। सो रिएक्शन विद थैलिक एनहाइड्राइड जदों आपां करते हैं ना तो सब तो पहला पुत्र जी आपां नू थैलिक एसिड का स्ट्रक्चर पता होना चाहिए। दिस इज थैलिक एसिड। सो इहदे विचों दी जे H2O बाहर निकल जे, सो
दिस इज लाइक CO, CO और ए आपस ਦੇ ਵਿੱਚ O ਦੇ ਨਾਲ ਕਨੈਕਟਡ ਹੈ। कैन यू सी दिस इज नॉट डिफिकल्ट। ਇਹਦਾ ਨਾਮ ਕੀ ਬਣ ਗਿਆ? ਥੈਲਿਕ ਐਨਹਾਈਡਰਾਈਡ। ਇਹ ਆਪਣਾ ਰਿਐਕਟੈਂਟ ਹੈ। ਇਹ ਕਿਵੇਂ ਯਾਦ ਕਰਨਾ ਹੈ ਉਹ ਤੁਹਾਨੂੰ ਦੱਸ ਰਹੀ ਹੈ। ਸੋ ਥੈਲਿਕ ਐਨਹਾਈਡਰਾਈਡ ਜਿੱਦਾਂ ਤੁਹਾਨੂੰ ਸਟਰਕਚਰ ਸੌਖਾ ਲੱਗ ਰਿਹਾ ਹੈ ਨਾ, ਹੁਣ ਇਹ ਜੇ ਤੁਸੀਂ ਲਿਖੋਗੇ ਨਾ ਤਾਂ ਹੁਣੇ ਤੁਹਾਨੂੰ ਯਾਦ ਹੋ ਜਾਏਗਾ। ਇਹਦੇ ਨਾਲ ਬੇਟੇ ਆਪਾਂ 2 ਫਿਨੋਲਸ ਲਗਾਣੇ ਆ। ਸੋ ਇਹ ਇਦਾਂ ਹੀ ਨਹੀਂ ਸ਼ੋ ਕਰਦੇ ਨੇ, ਇਹ ਇਦਾਂ ਨਹੀਂ ਸ਼ੋ ਕਰਨੇ। ਵਟ ਵੀ ਵਿਲ ਡੂ, we will draw phenol like this। OH ग्रुप हेठां वाले पासे बनाना है, ठीक है, हेठां वाले पासे। तो अपने को प्रोडक्ट की बन जाएगा। हुण देखो जिहड़ा आ वाला कार्बन है ना, इनका जिहड़ा O है वो इदां शो करना। सो इत्थों दी H2O निकल जाएगा, बाकी सारा स्ट्रक्चर फिनोल्फथलीन दा like this। CO, O, this is C, ਇੱਥੇ ਇੱਕ ਬੈਂਜ਼ੀਨ ਰਿੰਗ OH group, ਇੱਥੇ ਇੱਕ ਬੈਂਜ਼ੀਨ ਰਿੰਗ OH group। This is structure of phenolphthalein। This is the famous indicator used in titrations। +1 ਦੇ ਵਿੱਚ +2 ਦੇ ਵਿੱਚ ਫਿਨੋਲਫਥਲੀਨ ਦਾ ਤੁਸੀਂ ਨਾਮ ਸੁਣਿਆ ਹੋਏਗਾ ਬੇਟਾ, ਇੰਡੀਕੇਟਰ ਦੇ ਤੌਰ ਤੇ ਇਹ ਵਰਤੀ ਜਾਂਦੀ ਹੈ। ਸੋ ਅੱਜ ਆਪਾਂ ਕਿਹੜੇ ਮੇਨ ਰਿਐਕਸ਼ਨਸ ਜਿਹੜੇ ਹੈ ਸਟੱਡੀ ਕੀਤੇ ਹੈ ਫਿਨੋਲ ਦੀਆਂ ਕੈਮੀਕਲ ਪ੍ਰੋਪਰਟੀਜ਼ ਦੇ ਵਿੱਚ। ਪਹਿਲਾ ਜਿਹੜਾ ਆਪਾਂ ਕੀਤਾ ਬੇਟਾ ਉਹ ਸੀਗੀਆਂ ਸਾਰੀਆਂ ਰਿਐਕਸ਼ਨਸ ਜਿਹੜੀਆਂ OH ਗਰੁੱਪ ਕਰਕੇ ਹੁੰਦੀਆਂ। ਦੂਸਰਾ ਆਪਾਂ ਉਹ ਕੀਤੀਆਂ ਜਿਹੜੀਆਂ ਬੈਂਜ਼ੀਨ ਦੇ ਇਲੈਕਟ੍ਰੋਨ ਰਿਚ ਹੋਣ ਕਰਕੇ ਹੁੰਦੀਆਂ, ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਕੀਤੀਆਂ। और लास्ट ਦੇ ਵਿੱਚ ਆਪਾਂ ਸਪੈਸ਼ਲ ਰਿਐਕਸ਼ਨਸ ਆਫ ਫੀਨੋਲ ਕੀਤੀਆਂ। ਸੋ ਆਈ ਹੋਪ ਕਿ ਜੇ ਤੁਸੀਂ ਨਾਲ ਲਿਖਿਆ ਹੈ ਤਾਂ ਇਟ ਵਿਲ ਬੀ #chemistryhood, ਤੁਹਾਨੂੰ ਸਮਝ ਆਇਆ ਹੋਏਗਾ। ਅਦਰਵਾਈਜ਼ ਜਿਹੜੇ ਪੁਆਇੰਟਸ ਰਹਿ ਗਏ ਹੈ ਉਹ ਤੁਸੀਂ ਬੇਟਾ ਜਾਂ ਤਾਂ ਲਾਈਵ ਚੈਟ 'ਚ ਪੁੱਛ ਸਕਦੇ ਹੋ ਜਾਂ ਤੁਸੀਂ ਇਸ ਵੀਡੀਓ ਨੂੰ ਜੋ ਕਿ YouTube ਤੇ ਬਾਅਦ ਚੋਂ ਵੀ ਉਪਲਬਧ ਰਹੇਗੀ, ਤੁਹਾਡੇ ਲਈ ਅਵੇਲੇਬਲ ਰਹੇਗੀ, ਤੁਸੀਂ ਉਹਨੂੰ ਦੁਬਾਰਾ ਪਲੇ ਕਰਕੇ ਵੀ ਦੇਖ ਸਕਦੇ। ਸੋ ਥੈਂਕ ਯੂ। ਐਂਡ ਨੋਟਸ ਤੁਸੀਂ ਬੇਟਾ ਟੈਲੀਗ੍ਰਾਮ ਚੈਨਲ ਤੋਂ ਲੈ ਸਕਦੇ ਹੋ। ਸੋ ਥੈਂਕਸ ਫॉर ਵਾਚਿੰਗ।